ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे प्राण नाथ गोबिंद कृपा निधान जगत गुरु। हे संसार ताप हरने करुणा में सब दुख हरो। हे शरण जोग दयाले दीनानाथ मैं आकर शरीर स्वस्थ खीन समय सिमरंत नानक राम दामोदर माधवे। सतनाम श्री वाहिगुरु साहिब जी। श्लोक महला तीजा। हस्ती सिर ज्यों अंकस है आहरन ज्यों सिर दे। मन तन आगे राख कै बुद्धि सेव करे। हस्ती सिर ज्यों अंकस है आहरन ज्यों सिर दे। मन तन आगे राख कै उभे सेवा करे। वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चवर छत्र के मालिक सतगुरु गुरु ग्रंथ साहिब महाराज पातशाह जी की पावन पवित्र हजूरी अंदर ब्रह्म ज्ञानी महापुरुष संत बाबा प्रेम सिंह जी मुरादे वालियां के पावन पवित्र स्थानां ते अमृत वेले तख्तां ते सुभायमान हो के जो अज सतगुरु महाराज जी ने हुक्मनामा बख्शिश किया है। ये अज का पावन फरमान सोरठ राग के अंदर गुरु रामदास महाराज जी की उचारण की हुई वार। इस वार की 14वीं पौड़ी है ते नाल 2 श्लोक गुरु अमरदास महाराज जी के उचारण किए हैं। पौड़ी गुरु रामदास महाराज जी की है ते श्लोक दोनों जोड़े ने गुरु अमरदास महाराज जी के। राग सोरठ के अंदर ये वार है तो श्री गुरु ग्रंथ साहिब महाराज पातशाह जी के पावन पवित्र अंग 647 ते अज का हुक्मनामा आरंभ हो के 648 अंग ते संपूर्णता है। विचारां की प्रारंभता तो पहला आओ सतगुरु महाराज पातशाह जी के चरणों के विच सीस झुकाइए। हाजरी गुरु चरणों के विच लगवाइए। मन बिरतियां करो एकागर। रसना नूं पवित्र करो। अदब प्यार सत्कार के नाल उचारण करो जी। सतनाम श्री वाहिगुरु जी। फिर सारे करो जी कृपा। आखो जी सतनाम श्री
ਵਾਹਿਗੁਰੂ ਜੀ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ 550 ਸਾਲਾ ਅਗਲੇ ਕੁਝ ਦਿਨਾਂ ਤੱਕ ਸ਼ਤਾਬਦੀ ਸਮਾਗਮ ਭਾਵੇਂ ਆ ਪੂਰਾ ਸਾਲ ਜਿਹੜਾ ਹੈ ਚੱਲਦੇ ਰਹੇ, ਪਰ ਜਿਹੜੇ ਮੁੱਖ ਸਮਾਗਮ ਨੇ, ਵੱਡੇ ਸਮਾਗਮ ਦੇ ਰੂਪ ਦੇ ਵਿੱਚ ਸ਼ਤਾਬਦੀ ਜਦੋਂ ਆਰੰਭ ਹੋਣੀ ਹੈ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਦੇ ਸ਼ਤਾਬਦੀ ਦੇ ਮੁੱਖ ਸਮਾਗਮ ਚੱਲ ਰਹੇ ਨੇ। ਕੁਝ ਦਿਨ ਸਾਡੇ ਕੋਲ ਸਮਾਂ ਹੈ ਤੇ ਮਨ ਦੇ ਵਿੱਚ ਵਿਚਾਰ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਇਤਿਹਾਸ ਜੋ ਹੈ ਉਹਦੀ ਆਰੰਭਤਾ ਕੀਤੀ ਜਾ ਸਕੇ, ਤਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੱਕ ਜਿੰਨਾ ਕੁ ਹੋ ਸਕਿਆ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਤਿਹਾਸ ਨੂੰ, ਉਹਨਾਂ ਦੀਆਂ ਉਦਾਸੀਆਂ ਨੂੰ, ਉਹਨਾਂ ਦੇ ਜੀਵਨ ਨੂੰ, ਸਤਿਗੁਰੂ ਮਹਾਰਾਜ ਜੀ ਦੇ ਕੌਤਕਾਂ ਨੂੰ ਅਸੀਂ ਦਰਸ਼ਨ ਕਰ ਸਕੀਏ, ਇਤਿਹਾਸ ਨੂੰ ਸੁਣਨੀ, ਇਤਿਹਾਸ ਨੂੰ ਦੇਖਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਆਮਦ ਤੋਂ ਪਹਿਲਾਂ ਅਸਲ ਦੇ ਵਿੱਚ ਕਿਸੇ ਅਵਤਾਰ ਦੀ, ਕਿਸੇ ਮਹਾਂਪੁਰਖ ਦੀ, ਕਿਸੇ ਦੇਵੀ ਆਤਮਾ ਦੀ ਸੰਸਾਰ ਦੇ ਵਿੱਚ ਆਉਣ ਦੀ ਲੋੜ ਕਿਉਂ ਪੈਂਦੀ ਹੈ? ਜਦੋਂ ਸੰਸਾਰ ਦੇ ਵਿੱਚ ਧਰਮ ਜਿਹੜਾ ਹੈ ਉਹ ਅੰਦਰੋਂ, ਅਸਲ 'ਚ ਧਰਮ ਬਾਹਰੋਂ ਨਹੀਂ ਹੈ, ਧਰਮ ਅੰਦਰੋਂ ਘਟਣ ਲੱਗ ਪੈਂਦਾ ਹੈ, ਦਿਲਾਂ ਦੇ ਵਿੱਚੋਂ ਧਰਮ ਖਤਮ ਹੋਣ ਲੱਗ ਪੈਂਦਾ ਹੈ, ਔਰ ਉਹ ਲੋਕ ਜਿਹੜੇ ਨੇ ਉਹ ਅਧਰਮੀ ਹੋਣ ਲੱਗ ਪੈਂਦੇ ਨੇ, ਪਾਪ ਕਰਨ ਲੱਗ ਪੈਂਦੇ ਨੇ, ਲਾਲਚ ਉਹਨਾਂ ਦੇ ਅੰਦਰ ਵੱਧ ਜਾਂਦਾ ਹੈ, ਕੇਵਲ ਆਪਣੀਆਂ ਲੋੜਾਂ ਨੂੰ ਹੀ ਮੁੱਖ ਰੱਖ ਕੇ ਉਹ ਚੱਲਣਾ ਸ਼ੁਰੂ ਕਰ ਦਿੰਦੇ ਆ। ਫਿਰ ਜਿਉਂ-ਜਿਉਂ ਲਾਲਚ ਵੱਧਦਾ ਹੈ, ਬਾਣੀ ਕਹਿੰਦੀ ਪਈ ਹੈ ਪਾਪਾਂ ਬਾਝੋਂ ਹੋਵੇ ਨਾਹੀਂ। ਇਨਸਾਨ ਦੇ ਅੰਦਰ ਜਦੋਂ ਦੌਲਤ ਦੀ ਭੁੱਖ ਵੱਧਦੀ ਹੈ ਤੇ ਉਹ ਦੌਲਤ ਦੀ ਭੁੱਖ ਨੂੰ ਪੂਰੀਆਂ ਕਰਨ ਵਾਸਤੇ ਪਾਪ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਕਤਲ ਕਰ ਦੇਣਾ ਕੋਈ ਬਹੁਤੀ ਵੱਡੀ ਗੱਲ ਉਦੋਂ ਨਹੀਂ ਲੱਗਦੀ, ਤੇ ਜਿਉਂ-ਜਿਉਂ ਕੋਈ ਉੱਚੇ ਅਹੁਦਿਆਂ 'ਤੇ ਜਾਣ ਲੱਗ ਪੈਂਦਾ ਹੈ, ਇੱਕ ਤਾਂ ਭੁੱਖ ਦੌਲਤ ਦੀ ਜ਼ਿਆਦਾ ਵੱਧ ਜਾਂਦੀ ਹੈ, ਤੇ ਦੂਸਰਾ ਉਹ ਕਤਲ ਕਰਨ ਦੀ ਸੰਖਿਆ, ਗਿਣਤੀ ਵੀ ਜ਼ਿਆਦਾ ਵੱਧ ਜਾਂਦੀ ਹੈ। ਉਹ ਕਿਸੇ ਇੱਕ ਮਨੁੱਖ ਦਾ ਨਹੀਂ, ਉਹ ਲੱਖਾਂ ਮਨੁੱਖਾਂ ਦੇ ਕਾਤਲ ਬਣ ਜਾਂਦੇ ਨੇ। ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਯੋਧੇ ਹੋਏ, ਹਿਟਲਰ ਵਰਗੇ, ਪਰ ਉਹ ਲੱਖਾਂ ਇਨਸਾਨਾਂ ਦੇ ਕਤਲ ਕਰਕੇ, ਲੱਖਾਂ ਇਨਸਾਨਾਂ ਦੀਆਂ ਲਾਸ਼ਾਂ ਦੇ ਉੱਪਰ ਕੁਰਸੀ ਢਾ ਕੇ ਰਾਜ ਕਰਨ ਵਾਲੇ ਸੀ। ਲੱਖਾਂ ਲੋਕਾਂ ਨੂੰ ਮਾਰ ਦੇਣਾ ਕੇਵਲ ਆਪਣੇ ਸਵਾਰਥ ਦੇ ਵਾਸਤੇ, ਕੇਵਲ ਆਪਣੀਆਂ ਲੋੜਾਂ ਦੇ ਵਾਸਤੇ, ਕੇਵਲ ਆਪਣੇ ਲਾਲਚ ਦੇ ਵਾਸਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਆਮਦ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇਹ ਧਰਤੀ ਜਿਹੜੀ ਸੀ ਨਾ, ਇਹ ਪੁਕਾਰ ਕਰਦੀ ਪਈ ਸੀ, ਧਰਤੀ ਰੋਂਦੀ ਪਈ ਹੈ, ਧਰਤੀ ਕੁਰਲਾਉਂਦੀ ਪਈ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਆਮਦ ਤੋਂ ਪਹਿਲਾਂ ਹਾਲਾਤ ਇਹ ਸੀ ਕਿ ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਹੈ ਕਰਦੀ ਸੁਣੀ ਲੁਕਾਈ। ਜੋ ਇੱਥੇ ਆਮ ਲੋਕ ਵਸਦੇ ਸੀ ਇਸ ਧਰਤੀ ਦੇ ਉੱਪਰ, ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਪਿਆ ਸੀ, ਔਰ ਹਾਲਾਤ ਇਸ ਤਰ੍ਹਾਂ ਦੇ ਸੀ। ਸਤਿਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਦਰਜ ਕੀਤੇ ਕਿ ਕਾਦੀ ਕੂੜ ਗੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਇੱਥੇ ਹੁਣ ਰਾਜਨੀਤਿਕ ਹਾਲਾਤ ਵੀ ਮਾੜੇ ਹੋ ਚੁੱਕੇ ਸੀ, ਸਮਾਜਿਕ ਹਾਲਾਤ ਵੀ ਮਾੜੇ ਸੀ ਤੇ ਧਾਰਮਿਕ ਹਾਲਾਤ ਵੀ ਮਾੜੇ ਸੀ। ਸੰਨ 1205 ਦੇ ਵਿੱਚ 24 ਜੁਲਾਈ ਸੰਨ 1205 ਨੂੰ ਮੁਹੰਮਦ ਗੌਰੀ, ਜਿਹਨੂੰ ਗਜ਼ਨਵੀ ਵੀ ਕਿਹਾ ਜਾਂਦਾ ਸੀ, ਮੁਹੰਮਦ ਗੌਰੀ ਹਿੰਦੁਸਤਾਨ 'ਤੇ ਹਮਲਾ ਕਰਦਾ ਹੈ। ਇੱਕ ਭੱਟ ਹੋਏ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਰਜ ਹੈ ਨਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਮਹਾਂਪੁਰਖਾਂ ਦੀ ਗੱਲ ਕਰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 11 ਭੱਟ ਨੇ ਜਿਨ੍ਹਾਂ ਨੇ ਬਾਣੀ ਲਿਖੀ ਹੈ। 15 ਭਗਤ ਨੇ, 11 ਭੱਟ ਨੇ, 3 ਗੁਰਸਿੱਖ ਨੇ ਤੇ 6 ਗੁਰੂ ਸਾਹਿਬਾਨ ਦੀ ਬਾਣੀ ਹੈ।
ਇਸ ਤਰ੍ਹਾਂ ਜਿਹੜੇ ਪੁਰਾਤਨ ਸਮਿਆਂ ਦੇ ਵਿੱਚ ਵੀ ਭੱਟ ਦਾ ਕਹਿਣ ਤੋਂ ਮਤਲਬ ਹੁੰਦਾ ਸੀ ਕਿ ਜਿਹੜਾ ਰਾਜਿਆਂ ਮਹਾਰਾਜਿਆਂ ਦੀ ਉਸਤਤ ਕਰਦੇ ਸੀ, ਕਵਿਤਾ ਲਿਖਣੀ ਤੇ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਸੁਣਾਉਣੀ ਸ਼ੁਰੂ ਕਰਨੀ। ਇੱਕ ਸਮਕਾਲੀ ਭੱਟ ਉਸ ਵੇਲੇ ਹੋਇਆ ਜਿਹਦਾ ਨਾਂ ਸੀ ਬਾਣ ਭੱਟ। ਬਾਣ ਭੱਟ ਲਿਖਦਾ ਹੈ ਕਿ ਤੈਂ ਤਨ ਗੋਰੀ ਰਤਿਆ ਤੈ ਗੋਰੀ ਕੱਤਿਆ। ਉਹ ਕਹਿੰਦਾ ਹੈ ਕਿ ਪ੍ਰਿਥਵੀ ਰਾਜ ਉਸ ਸਮੇਂ ਇੰਨਾ ਕੁ ਆਪਣੀ ਅਯਾਸ਼ੀ ਦੇ ਵਿੱਚ ਜਾਂ ਸੇਜ ਦੇ ਸੁੱਖ ਦੇ ਵਿੱਚ ਜਾਂ ਆਪਣੀ ਪਤਨੀ ਦੇ ਸੁੱਖ ਦੇ ਵਿੱਚ ਇੰਨਾ ਕੁ ਆਪਣੇ ਆਪ ਨੂੰ ਖਚਤ ਲੁਭਾਏਮਾਨ ਕਰ ਚੁੱਕਿਆ ਸੀ ਕਿ ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਕਿ ਹਿੰਦੁਸਤਾਨ ਜਿਹੜਾ ਹੈ, ਮੈਂ ਤਾਂ ਕੇਵਲ ਸਰੀਰਕ ਸੁੱਖਾਂ ਵਾਲੇ ਪਾਸੇ ਪਿਆ ਹਾਂ, ਪਰ ਬਾਹਰੋਂ ਆਉਂਦੇ ਹਮਲਾਵਰ ਜਿਹੜੇ ਨੇ ਉਹ ਹਿੰਦੁਸਤਾਨ ਨੂੰ ਖਤਮ ਕਰਕੇ ਰੱਖ ਦੇਣਗੇ। 1205 ਦੇ ਵਿੱਚ ਮੁਹੰਮਦ ਗੌਰੀ ਨੇ ਹਮਲਾ ਕੀਤਾ। ਗੋਰੀ ਤਾਂ ਇੱਥੇ ਪਹਿਲਾਂ ਉਹਨੇ ਕਿਹਾ ਤੈਂ ਤਨ ਗੋਰੀ ਰਤਿਆ, ਪਹਿਲਾ ਗੋਰੀ ਸ਼ਬਦ ਇਸਤਰੀ ਦੇ ਵਾਸਤੇ, ਇੱਕ ਘਰ ਵਾਲੀ ਵਾਸਤੇ, ਕਿ ਕੇਵਲ ਤੂੰ ਘਰ ਦੇ ਸੁੱਖ ਦੇ ਵਿੱਚ ਰਿਹਾ। ਤੇ ਗੋਰੀ ਕੱਤਿਆ ਦਾ ਮਤਲਬ ਸੀ ਕਿ ਮੁਹੰਮਦ ਗੋਰੀ ਨੇ ਆ ਕੇ ਹਮਲਾ ਕਰ ਦਿੱਤਾ। ਉਸ ਵੇਲੇ ਦੇ ਚਿੰਤਕ ਕਹਿੰਦੇ ਜਦ ਅੱਖ ਖੁੱਲੀ ਤਾਂ ਹਿੰਦੁਸਤਾਨ ਗੁਲਾਮ ਹੋ ਚੁੱਕਿਆ ਸੀ। ਜਦੋਂ ਬੰਦਾ ਸੌਂ ਜਾਂਦਾ ਹੈ ਨਾ, ਇੱਕ ਤਾਂ ਸਰੀਰਕ ਤੌਰ 'ਤੇ ਸੌਂਦਾ ਹੈ, ਕਈ ਵਾਰੀ ਸੁੱਖਾਂ ਦੇ ਵਿੱਚ ਇੰਨਾ ਕੁ ਸੌਂ ਜਾਂਦਾ ਹੈ, ਤੁਰਦਾ ਫਿਰਦਾ ਵੀ ਅਸੀਂ ਕਹਿੰਦੇ ਹਾਂ, ਅਸੀਂ ਕਹਾਂਗੇ ਨਹੀਂ ਅਸੀਂ ਜਾਗਦੇ ਪਏ ਹਾਂ, ਪਰ ਕਹਿੰਦੇ ਨਹੀਂ, ਬੰਦਾ ਨਾ ਸੁੱਖ ਦੇ ਵਿੱਚ ਸੌਂ ਜਾਂਦਾ ਹੈ, ਬੰਦਾ ਸਹੂਲਤਾਂ ਦੇ ਵਿੱਚ ਸੌਂ ਜਾਂਦਾ ਹੈ। ਕਹਿੰਦੇ ਉਸ ਵੇਲੇ ਇੰਨੇ ਕੁ ਸੁੱਖਾਂ ਦੇ ਵਿੱਚ ਰਾਜੇ ਆਪਣੇ ਆਪ ਨੂੰ ਜਿਹੜਾ ਸੀ ਉਹ ਸਵਾ ਚੁੱਕੇ ਸੀ, ਕੇਵਲ ਸੌਖੀ ਭੋਗ ਹੀ ਜ਼ਿੰਦਗੀ ਦਾ ਮਨੋਰਥ ਤੇ ਲਕਸ਼ ਬਣ ਚੁੱਕਿਆ ਸੀ। ਬਾਹਰੋਂ ਆਏ ਹਮਲਾਵਰ ਨੇ ਹਮਲਾ ਕੀਤਾ, ਰਾਜ ਵੀ ਚਲੇ ਗਿਆ, ਔਰ ਸੈਂਕੜੇ ਇੱਥੋਂ ਦੀਆਂ ਬਹੂ ਬੇਟੀਆਂ ਨੂੰ ਉਹ ਬੰਦੀ ਬਣਾ ਕੇ ਨਾਲ ਲੈ ਗਿਆ। ਤੇ ਗਜਨਵੀ ਦੇ ਬਾਜ਼ਾਰ ਦੇ ਵਿੱਚ ਟਕੇ ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੀ ਆਬਰੂ ਨੂੰ, ਹਿੰਦੁਸਤਾਨ ਦੀ ਇੱਜ਼ਤ ਨੂੰ, ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਗੁਲਾਮ ਬਣਾ ਕੇ ਵੇਚਿਆ, ਬੰਦਿਆਂ ਨੂੰ ਫੜ ਕੇ ਲੈ ਕੇ ਗਿਆ, ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ। 1205 ਤੋਂ ਲੈ ਕੇ ਫਿਰ ਲਗਾਤਾਰ ਹਮਲੇ ਹਿੰਦੁਸਤਾਨ ਤੇ ਹੋਏ। ਕਦੀ ਖਿਲਜੀ ਆਏ, ਅਲਾਉਦੀਨ ਖਿਲਜੀ ਆਇਆ, ਕਦੀ ਤੈਮੂਰ ਆਇਆ, ਇੱਥੇ ਜਿਹੜਾ ਵੀ ਆਇਆ, ਤੁਗਲਕ ਇੱਥੇ ਆਏ, ਇੱਥੇ ਲੋਧੀ ਆਏ, ਇੱਥੇ ਜਿਹੜੇ ਸੀ ਮੁਗਲ ਆਏ, ਇੱਥੇ ਪਠਾਨ ਆਏ, ਔਰ ਜਿਹੜਾ ਵੀ ਆਇਆ ਉਹਨਾਂ ਨੇ ਚੰਗੀ ਤਰ੍ਹਾਂ ਨਾਲੇ ਤਾਂ ਹਿੰਦੁਸਤਾਨੀਆਂ ਨੂੰ ਲੁੱਟਿਆ ਤੇ ਨਾਲੇ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟਿਆ, ਮਾਰ ਕੇ ਜਾਣਾ, ਕੁੱਟ ਕੇ ਜਾਣਾ, ਲੁੱਟ ਕੇ ਲੈ ਜਾਣਾ। ਭਰੇ ਦਰਬਾਰ ਦੇ ਅੰਦਰ ਹਿੰਦੂਆਂ ਦੀ ਖਲ ਉਤਾਰੀ ਜਾਂਦੀ ਸੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਦੇਵੀ ਦੇਵਤਿਆਂ ਦੇ ਉੱਪਰ ਵੀ ਜਜ਼ੀਆ ਟੈਕਸ ਲਾ ਦਿੱਤਾ। ਗੁਲਾਮ ਇੰਨੀ ਕਿ ਹੋ ਗਏ ਕਿ ਸਤਿਗੁਰੂ ਮਹਾਰਾਜ ਬਾਣੀ 'ਚ ਵੀ ਕਹਿੰਦੇ ਪਏ ਨੇ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਮਲੇਸ਼ ਦੇ ਇੱਥੇ ਅਰਥ ਸੀ ਕਿ ਜੋ ਮੁਸਲਮਾਨਾਂ ਦੀ ਬੋਲੀ ਹੈ, ਘਰ ਮੀਆਂ ਸਭਨਾ ਜੀਆਂ। ਹੁਣ ਹਿੰਦੂਆਂ ਦੇ ਘਰ ਦੇ ਵਿੱਚ ਵੀ ਜਦੋਂ ਘਰ ਵਾਲਾ ਆਉਣਾ ਤੇ ਘਰ ਵਾਲੀ ਨੇ ਮੀਆਂ ਜੀ ਕਹਿਣਾ, ਪਹਿਲੋਂ ਪਤੀ ਦੇਵ ਕਹਿੰਦੇ ਸੀ, ਫਿਰ ਮੀਆਂ ਜੀ ਹਿੰਦੂ, ਉਹ ਮੁਸਲਮਾਨਾਂ ਵਾਲੀ ਬੋਲੀ ਆ ਗਈ ਵਿੱਚ ਘਰ ਦੇ ਵਿੱਚ, ਘਰ ਮੀਆਂ ਸਭਨਾ ਜੀਆਂ, ਉਹਨੇ ਵੀ ਬੇਗਮ ਕਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਲੇਸ਼ ਭਾਖਿਆ ਗਈ। ਮਲੇਸ਼ਾਂ ਦੀ ਭਾਸ਼ਾ ਜਿਹੜੀ ਸੀ ਉਹ ਸਭ ਦੇ ਘਰਾਂ ਦੇ ਵਿੱਚ ਬੋਲਣੀ ਸ਼ੁਰੂ ਹੋਈ। ਹਿੰਦੁਸਤਾਨ ਦੇ ਵਿੱਚ ਇਬਰਾਹਿਮ ਦਾ ਰਾਜ ਹੋਇਆ। ਸਿਕੰਦਰ ਲੋਧੀ ਰਾਜਾ ਬਣ ਕੇ ਬੈਠਿਆ। ਸਿਕੰਦਰ ਲੋਧੀ ਨੇ ਜਦੋਂ ਆਪਣਾ ਇੱਕ ਪੰਜਾਬ ਦੇ ਵਿੱਚ ਐਲਕਰ ਲਾਏ, ਗਵਰਨਰ ਲਾਏ, ਸਿਕੰਦਰ ਲੋਧੀ ਨੇ ਸੁਲਤਾਨਪੁਰ ਲੋਧੀ ਵਿਖੇ ਦੌਲਤ ਖਾਂ, ਜਿਹਦੇ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਮੋਦੀ ਦੀ ਨੌਕਰੀ ਕਰਦੇ ਨੇ, ਇਬਰਾਹਿਮ ਨੇ ਦੌਲਤ ਸਿਕੰਦਰ ਲੋਧੀ ਨੂੰ ਪੰਜਾਬ ਦਾ ਗਵਰਨਰ ਲਾਇਆ। ਸਿਕੰਦਰ ਲੋਧੀ ਨੇ ਦੌਲਤ ਖਾਂ ਨੂੰ ਸੁਲਤਾਨਪੁਰ ਲੋਧੀ ਦਾ ਨਵਾਬ ਲਾ ਕੇ ਭੇਜ ਦਿੱਤਾ। ਜਿੰਨੀ ਦੇਰ ਤੱਕ ਇਬਰਾਹਿਮ ਜਿਉਂਦਾ ਰਿਹਾ ਉਨੀ ਦੇਰ ਤੱਕ ਇਹ ਬੜਾ ਵਫਾਦਾਰ ਰਿਹਾ। ਬਾਅਦ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋਏ, ਇਹਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ। ਇਹ ਸੋਚਦਾ ਸੀ ਕਿ ਮੈਂ ਗਵਰਨਰ ਬਣ ਜਾਵਾਂ ਪੰਜਾਬ ਦਾ, ਜਾਂ ਮੈਂ ਹਿੰਦੁਸਤਾਨ ਦੇ ਤਖਤ 'ਤੇ ਬੈਠ ਜਾਵਾਂ
ਇਹਨੇ ਫਿਰ ਸੁਲਾਹ ਕਰਨੀ ਸ਼ੁਰੂ ਕੀਤੀ, ਇਹਨੇ ਮੁਗਲਾਂ ਦੇ ਨਾਲ ਗੰਢੀ ਕਰਨੀ ਸ਼ੁਰੂ ਕੀਤੀ। ਅਸਲ ਦੇ ਵਿੱਚ ਪਹਿਲੋਂ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਬਾਬਰ ਦੇ ਆਉਣ ਤੋਂ ਪਹਿਲਾਂ, ਪਰ ਉਹ ਜਿਹੜੇ ਸਨ ਉਹ ਪਠਾਨ ਸਨ। ਉਸ ਤੋਂ ਬਾਅਦ ਵਿੱਚ ਜਿਹੜੇ ਇਹ ਬਾਬਰ ਕੇ ਨੇ ਇਹ ਮੁਗਲ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਵੀ ਕਹਿੰਦੀ ਪਈ ਆ, ਮੁਗਲ ਪਠਾਨਾ ਭਈ ਲੜਾਈ। ਦੋਨਾਂ ਦੇ ਵਿੱਚ ਦੋਨੋਂ ਹੀ ਮੁਸਲਮਾਨ ਨੇ, ਇੱਕ ਪਠਾਨ ਨੇ ਇੱਕ ਮੁਗਲ ਨੇ। ਨਵਾਬ ਦੌਲਤ ਖਾਨ ਨੇ ਚਿੱਠੀ ਭੇਜੀ ਬਾਬਰ ਨੂੰ। ਹੁਣ ਇੱਥੇ ਇੱਕ ਤਿਕੋਣੀ ਜੰਗ ਹੋਣੀ ਸ਼ੁਰੂ ਹੋ ਗਈ। ਇੱਕ ਪਾਸੇ ਲੋਧੀ ਕੇ ਨੇ, ਇੱਕ ਪਾਸੇ ਮੁਗਲ ਨੇ ਤੇ ਇੱਕ ਪਾਸੇ ਜਿਹੜੇ ਨੇ ਉਹ ਪਠਾਨ ਨੇ। ਤਿੰਨ ਤਿਕੋਣੀ ਲੜਾਈ ਸ਼ੁਰੂ ਹੋਈ ਔਰ ਇਹ ਤਿਕੋਣੀ ਲੜਾਈ ਜਿਹੜੀ ਸੀ ਹਮੇਸ਼ਾ ਚੱਲਦੀ ਰਹੀ, ਕਿਉਂਕਿ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦੇ ਅਸੀਂ ਜੰਗ ਯੁੱਧ ਦੇਖਦੇ ਹਾਂ, ਉਦੋਂ ਤੱਕ ਵੀ ਇੱਕ ਪਾਸੇ ਮੁਗਲ ਨੇ, ਇੱਕ ਪਾਸੇ ਪਠਾਨ ਨੇ ਤੇ ਇੱਕ ਪਾਸੇ ਸਿੱਖ ਨੇ। ਤਿਕੋਣੀ ਲੜਾਈ ਹਮੇਸ਼ਾ ਰਹੀ। ਨਵਾਬ ਦੌਲਤ ਖਾਨ ਸੋਚਦਾ ਇਸ ਗੱਲ ਨੂੰ ਕਿ ਬਾਬਰ ਆਏਗਾ, ਹਮਲਾ ਜਦੋਂ ਕਰੇਗਾ ਤੇ ਇੱਥੇ ਲੁੱਟ ਫੁੱਟ ਕੇ ਉਹ ਇੱਥੋਂ ਵਾਪਸ ਚਲੇ ਜਾਏਗਾ ਤੇ ਮੈਨੂੰ ਰਾਜ ਗੱਦੀ ਇੱਥੋਂ ਦੀ ਮਿਲ ਜਾਏਗੀ। ਪਰ ਜੋ ਕੁਝ ਉਸਨੇ ਸੋਚਿਆ ਸੀ ਉਸਦੇ ਉਲਟ ਹੋਇਆ। ਬਾਬਰ ਨੇ ਹਮਲਾ ਤਾਂ ਕੀਤਾ, ਪਰ ਉਸ ਹਮਲੇ ਤੋਂ ਬਾਅਦ ਵਿੱਚ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਤੇ ਹਿੰਦੁਸਤਾਨ ਦੇ ਤਖਤ ਦਾ ਜਿਹੜਾ ਸੀ ਉਹ ਰਾਜਾ ਬਣ ਕੇ ਬੈਠ ਗਿਆ। ਬਾਣੀ ਦੇ ਵਿੱਚ ਇਹਦੇ ਰਾਜ ਦੀ ਗੱਲ ਵੀ ਕੀਤੀ ਜਾਂਦੀ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਇੱਕ ਇਲਾਕਾ ਹੈ, ਉੱਥੋਂ ਦਾ ਰਾਜਾ ਸੀ ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨਾ, ਕਾਬਲ ਦੇ ਇਲਾਕੇ ਵਿੱਚ ਪਾਪ ਕੀ ਜੰਜ ਲੈ ਕਾਬਲ ਨੂੰ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਸਤਿਗੁਰੂ ਮਹਾਰਾਜ ਨੇ ਕਿਹਾ ਕਾਬਲ ਦੇ ਵਿੱਚ ਖੁਰਾਸਾਨ ਦੇ ਇਲਾਕੇ ਦਾ ਰਾਜਾ ਬਾਬਰ ਆਪਣੀ ਫੌਜ ਲੈ ਕੇ ਹਿੰਦੁਸਤਾਨ ਦੇ ਵਿੱਚ ਆਇਆ। ਹਮਲਾ ਉਸਨੇ ਕਰ ਦਿੱਤਾ ਤੇ ਹਿੰਦੁਸਤਾਨ ਸਦਾ ਵਾਸਤੇ ਬਾਬਰ ਕਿਆਂ ਦਾ, ਮੁਗਲਾਂ ਦਾ ਗੁਲਾਮ ਹੋ ਗਿਆ। ਮੰਗੋਲੀਆ ਦੇ ਰਾਜੇ ਸੀ, ਇਸ ਕਰਕੇ ਗੁਲਾਮ ਹੋ ਗਿਆ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਤਾਂ ਸੀ ਇੱਥੋਂ ਦੇ ਰਾਜਨੀਤਿਕ ਹਾਲਾਤ। ਇਸ ਤੋਂ ਬਾਅਦ ਜਦੋਂ ਧਰਮ ਦੇ ਹਾਲਾਤ ਦੇਖਦੇ ਹਾਂ ਤੇ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਕਾਦੀ ਕੂੜ ਬੋਲ ਮਲ ਖਾਏ। ਕਾਦੀ ਜਿਹੜਾ ਮੁਖੀ ਸੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਇਸਲਾਮ ਧਰਮ ਦਾ ਅਗਵਾਈ ਕਰਨ ਵਾਲਾ ਜਿਹੜਾ ਸੀ, ਉਹ ਕਾਜੀ ਜਿਹੜੇ ਸਨ ਉਹਨਾਂ ਨੇ ਕੀ ਕੀਤਾ, ਕਾਦੀ ਕੂੜ ਬੋਲ ਮਲ ਖਾਏ। ਰਾਜੇ ਜਦੋਂ ਮੁਸਲਮਾਨ ਸੀ ਤੇ ਕਾਜ਼ੀਆਂ ਨੂੰ ਕਹਿਣਾ ਕਿ ਤੁਸੀਂ ਧਾਰਮਿਕ ਫੈਸਲੇ ਦੇਣੇ ਨੇ, ਫਿਰ ਉਹ ਫੈਸਲੇ ਜਿਹੜੇ ਸੀ ਉਹ ਧਰਮ ਦੇ ਆਧਾਰ ਤੇ ਦੇਣ ਵਾਸਤੇ ਕਾਜੀ ਨੂੰ ਨਿਯੁਕਤ ਕੀਤਾ ਜਾਂਦਾ ਸੀ। ਦੋ ਸ਼ਬਦ ਗੁਰਬਾਣੀ 'ਚ ਮਿਲਦੇ ਨੇ, ਇੱਕ ਮੁੱਲਾ ਤੇ ਇੱਕ ਕਾਜੀ। ਕਾਜੀ ਜਿਹੜਾ ਸੀ ਉਹ ਦਰਬਾਰ ਦੇ ਵਿੱਚ ਇੱਕ ਤਾਂ ਧਾਰਮਿਕ ਭੂਮਿਕਾ ਵੀ ਨਿਭਾਉਂਦਾ ਸੀ ਤੇ ਦੂਸਰੇ ਪਾਸੇ ਰਾਜਨੀਤਿਕ ਵੀ। ਧਰਮ ਦੀ ਗੱਲ ਦੇ ਹੇਠ ਤੇ ਧਰਮ ਦੇ ਹੇਠ ਥੱਲੇ, ਧਰਮ ਦੇ ਬੁਰਕੇ ਦੇ ਥੱਲੇ ਰਾਜਨੀਤਿਕ ਫੈਸਲੇ ਦੇਣੇ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨਾ, ਗੁਰੂ ਤੇਗ ਬਹਾਦਰ ਮਹਾਰਾਜ ਤੇ ਸਿੱਖਾਂ ਵਾਸਤੇ ਫਤਵਾ, ਕਿਉਂਕਿ ਉੱਥੇ ਵੀ ਉਹ ਕਾਜੀ ਸੀ ਜਿੰਦਾ ਨਾਂ ਸੀ ਅਬਦੁਲ ਵਾਹਬ ਵੋਰਾ, ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਸਿੱਖਾਂ ਨੂੰ ਫਤਵੇ ਜਾਰੀ ਕਰਦਾ ਪਿਆ ਹੈ। ਤੇ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ, ਜਦੋਂ ਫਤਵਾ ਜਾਰੀ ਕੀਤਾ, ਉਹ ਵੀ ਫਤਵਾ ਜਿਹੜਾ ਸੀ ਉਹ ਨਵਾਬ ਦਾ ਨਹੀਂ ਸੀ, ਸਰਹੰਦ ਦੇ ਨਵਾਬ ਦਾ ਨਹੀਂ, ਕਾਜੀ ਦੇ ਰਾਹੀਂ ਉਹ ਫਤਵਾ ਜਾਰੀ ਕਰਵਾਇਆ ਗਿਆ। ਇੱਕ ਸ਼ਬਦ ਕਾਜੀ ਵਰਤਿਆ ਗਿਆ ਜਿਹੜਾ ਰਾਜਨੀਤਿਕ ਤੇ ਧਰਮ ਦੀ ਗੱਲ ਕਰਦਾ ਸੀ, ਦਰਬਾਰ ਦੇ ਵਿੱਚ ਬੈਠਿਆ ਹੋਇਆ। ਦੂਸਰਾ ਹੈ ਮੁੱਲਾ। ਮੁੱਲਾ ਦਾ ਕੰਮ ਸੀ ਕਿ ਮਸੀਤ ਦੇ ਵਿੱਚ ਬੈਠ ਕੇ ਨਮਾਜ਼ ਪੜ੍ਹਨੀ, ਤਲਾਵਤ ਕਰਨੀ, ਕੁਰਾਨ ਪੜ੍ਹਨੀ, ਉਹਦੀ ਸੰਥਿਆ ਕਰਵਾ ਦੇਣੀ, ਉਹ ਪੜ੍ਹਾਣੀ, ਬੱਚਿਆਂ ਨੂੰ ਸ਼ੁਰੂ ਕਰਾ ਦੇਣੀ। ਇਹ ਮੁੱਲਾਂ ਦਾ ਕੰਮ ਸੀ ਕਿ ਮਦਰਸੇ ਦੇ ਵਿੱਚ ਪੜ੍ਹਾਈ ਕਰਾਉਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ। ਜਿਹੜਾ ਰਾਜਨੀਤਿਕ ਤੌਰ ਤੇ ਧਰਮ ਦਾ ਬੁਰਕਾ ਪਾ ਕੇ ਬੈਠਾ ਸੀ, ਉਹ ਕਹਿੰਦੇ ਉਹਨੂੰ ਝੂਠ ਬੋਲਣ ਲੱਗ ਪਿਆ। ਇੱਥੋਂ ਤੱਕ ਇੱਕ ਕਿਸੇ ਨੇ ਕਹਾਣੀ ਲਿਖ ਦਿੱਤੀ, ਉਹ ਕਹਿੰਦਾ ਜੀ ਇੱਕ ਜ਼ਿਮੀਂਦਾਰ ਦਾ ਤੇ ਇੱਕ ਜੁਲਾਹੇ ਦੀ ਆਪਸ ਦੇ ਵਿੱਚ ਲੜਾਈ ਹੋ ਗਈ। ਉਹ ਕਹਿੰਦੇ ਜਦੋਂ ਲੜਾਈ ਹੋਈ ਤੇ ਫੈਸਲਾ ਸਰਕਾਰੀ ਦਰਬਾਰੇ ਚਲੇ ਗਿਆ ਤੇ ਪਤਾ ਲੱਗਿਆ ਕਿ ਫਲਾਣੇ ਕਾਜੀ ਨੇ ਫੈਸਲਾ ਕਰਨਾ ਹੈ। ਉਹ ਜਿਹੜਾ ਜੁਲਾਹ ਸੀ ਉਹਨੇ ਆਪਣੀ ਖੱਡੀ ਦੇ ਉੱਪਰ ਇੱਕ ਪੱਗ ਉਣ ਕੇ ਨਾ, ਪੱਗ ਬਣਾ ਕੇ ਤੇ ਉਹ ਲੈ ਕੇ ਗਿਆ ਤੇ ਭੇਟ ਕੀਤੀ, ਨਾਲੇ ਚਲੋ ਦੋ ਚਾਰ ਉਹਦੀ ਖੁਸ਼ਾਮਦ ਦੀਆਂ ਗੱਲਾਂ ਵੀ ਕਹੀਆਂ
कि देखो जी तुसी धार्मिक जे, मेरा मन किया कि तुहानूं पग भेंट करके आवां, तुसी बड़े वधिया जे विद्वान जे, कई कुछ उन्हें संबोधन उन्होंने करके पग दे के आया। तो तुरन लग्या कहता जी मेरा कल फैसला है, ध्यान रखियो मेरा थोड़ा जिहा। जिमीदार नूं भी सुझ गई, कहता मैं भी जाके मिल ही आवां, काजी नूं कल नूं फैसला है। वो एक बलद सी बड़ा वधिया उहदे कोल, तकड़ा चंगा, वो बलद लैके चले गया। जे बलद लैके जाके उन्हें काजी जी नूं बलद दे दिता ते नाल कोई शामद करके कहा जी मेरा कल फैसला है, थोड़ा ख्याल रखियो मेरा। ਜਦੋਂ अगले दिन कचहरी लगी, फैसले शुरू हो गए करने, तो दोनों के जो गल चली, मसला विचारिया गया, तो जो फैसला देखता पिया वो जुलाह कहता ये तो वो जट जिमीदार वाले पासे नूं तुरिया जाण दिया फैसला। उन्हें इशारे दे नाल आवाज़ दे के कहा, कहता काजी साहब मेरी पग का, अपनी पग ते हथ ला के कहा, कहता मेरी पग का ख्याल रखियो। कहना तो यह सी जिहड़ी मैं कल तुहानूं पग दित्ती, चेता करियो मैं रिश्वत दे के गया सी। काजी अगों कहता पग तो बलद खा गया, वड्डी रिश्वत दे गया ना, कहता पग तो बलद खा गया जे। सतगुरु महाराज इन्हां हालातां नूं कहंदे ने कि कादी कूड़ बोल मल खाए। कादी झूठ बोल के, मल का मतलब कि मैल खाई जाता, लोगों का झूठ खाई जाते, पैसे खाई जाते, तो पैसे वास्ते झूठ बोली जा रहा है। ब्राह्मण नावे जियां काए, ब्राह्मण जिहड़ा सी वो असल दे विच उहदा कर्म सी कि ब्रह्म दे कर्म करदा, किसी नूं धर्म दे नाल जोड़दा, किसी नूं रब दे नाम की सिक्ख्या दे दिंदा। सतगुरु महाराज पातशाह जी की बाणी कहती है कि जिहड़ा ब्रह्म नूं विचारदा है, असल च ब्राह्मण वो है। ब्रह्म बिंदे तिसदा ब्रह्मद रहे, एक शब्द लिवलाए। सतगुरु महाराज ब्राह्मण ये नहीं ब्राह्मण नूं कहंदे कि जिन्हें मत्थे ते टिक्का लाया होवे, गल च जनेऊ पाया होवे, संध्या तर्पण गायत्री करदा होवे, दोनों वेले इशनान करके तो वो अपने धर्म के कर्म करी जाए तो विचों लोगों को लुट्टी जाए। सतगुरु महाराज उन्होंने ब्राह्मण नहीं कहते। बाणी च भगत कबीर साहब कहते हैं ब्रह्म विचारे, जिहड़ा ब्रह्म की विचार करता है उन्होंने ब्राह्मण कहा जाता है। सतगुरु महाराज पातशाह कहते हैं कि फिर जिहड़ा कादी कूड़ बोल मल खाए, ब्राह्मण नहावे जियां घाए। घाए का मतलब होंदा मार लेना, खाई जाना। कहते जीवां नूं खाई जांदा सी वो, फिर बाहरों नहीं मार के खाता सी, मासाहारी नहीं। बाहरों ने कहना कि मैं वैष्णो हाँ, बिल्कुल मैं तो कोई भी इस तरह की चीज़ नहीं खाता, मैं वैष्णो। हुण सतगुरु महाराज कहते हैं कई बंदे जिहड़े मानस खाने करे निवाज, बंदियां नूं खाण वाले कहते पे ने। एक पासे तो बंदा कहता है कि जी जे रत लगी कपड़े जामा होए पलीत, जे तो कपड़ियां नूं खून लग जाए। वैसे ये उपदेश तो चलो कह दिता कि जिहड़ा नमाज पढ़न वाला काजी सी उन्हें देखा पहलों तो बली दे के गया तो खून लग्या, कहता नहीं कपड़े धो के साफ पा के जावां, हत्थां नूं खून लग्या, हत्थ धो के गया। कपड़े जामा, कपड़े जामा होए पलीत। पर सतगुरु महाराज पातशाह कहते हैं कि जेकर तू बंदियां दा खून पींदा होवे तो तू किवें पवित्र हो सकदा है। एक पासे बंदा बाहरों कहता पिया है कि मैं वैष्णो हाँ, मैं अमृत भी छक लिया, मैं कर्म कांड भी धर्म के अनुसार करदा है, तो अंदरों वो लोगों का खून पींदा होवे। बंदे नूं सारे मानस खाने, सबूता ही बंदा खा जाता होवे। सबूते बंदे खाण का मतलब है कि इन्ना क अगले दे नुकसान करने वाले पासे सोच ले कि बंदा कहे कि मैं इनके पल्ले रहन कख नहीं देना, मैं इनकी जिंदगी खो लैनी है। किसी के राही, अपने राही, किसी तरीके दे नाल भी उन्होंने नुकसान पहुँचाता पिया है। सतगुरु महाराज कहते ये बंदा किवें वैष्णो हो गया। सतगुरु कहते ने ब्राह्मण नहावे जियां घाए, जोगी जुगत ना जाने अंध। इस तो अगे जोगी की गल की सतगुरु महाराज जी ने। सतगुरु महाराज कहते जोगियां तो थोड़ी उम्मीद सी कि चल उन्होंने कोई लालच लोभ नहीं, पर जोगी जिहड़े ने वो भी धर्म छड्ड के वो केवल रिद्धियां सिद्धियां दे पिछे दौड़ गए तो जाके पर्वतां दे उत्ते जाके उन्होंने आसन ला के जिहड़ा सी बैठ गए। रिद्धियां सिद्धियां करते हैं, कोई शरीर नूं वड्डा करी जाता है, कोई छोटा करी जाता है, कोई प्राणायाम करता पिया है, कोई अपनी उम्र वधाउण वाले पासे लग गया। सतगुरु महाराज कहते हैं जोगी जुगत ना जाने अंध, जुगती छड्ड दित्ती, मिलाप का तरीका भुल गए कि असी असल दे विच महाराज परमात्मा ने जे सानू सवास दिते ने तो रब दे नाल मिलण वास्ते दिते, ना कि इत्थे रिद्धियां सिद्धियां ते आ कुछ इकट्ठा करन वास्ते कि लोग साडी पूजा करी जान, बल्ले बल्ले करी जान। कि बड़ा कमाल की गल जी, उन्हें तो चुटकी मारदा है तो हत्थ दे विच कीला पैदा हो जाता है, चुटकी दे विचों गायब हो जाते हैं, चुटकी दे विचों प्रगट हो जाते।
ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਬੰਦ। ਇੱਥੋਂ ਤੱਕ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਧਾਰਮਿਕ ਹਾਲਾਤ ਸੀ। ਮੰਦਰਾਂ ਦੇ ਵਿੱਚ ਦੇਵਦਾਸੀ ਪ੍ਰਥਾ ਚਲਾ ਦਿੱਤੀ ਗਈ, ਔਰਤਾਂ ਨੂੰ ਦੇਵਦਾਸੀਆਂ ਬਣਾ ਕੇ ਮੰਦਰਾਂ ਦੇ ਵਿੱਚ ਬਿਠਾ ਦਿੱਤਾ ਗਿਆ, ਸਰੀਰਕ ਸ਼ੋਸ਼ਣ ਕੀਤਾ ਗਿਆ। ਜਿਸ ਇੱਕ ਪਾਸੇ ਤਾਂ ਦੇਵੀ ਦੀ ਮੂਰਤੀ ਲਾ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ, ਉਹਦੀ ਆਰਤੀ ਉਚਾਰੀ ਜਾਂਦੀ ਹੈ, ਉਹਦੇ ਅੱਗੇ ਫੁੱਲ ਭੇਟ ਕੀਤੇ ਜਾਂਦੇ ਆ, ਉਹਦੇ ਅੱਗੇ ਭੇਟਾਂ ਰੱਖੀਆਂ ਜਾਂਦਾ ਹੈ, ਉੱਥੇ ਹੀ ਦੇਵੀ ਦੇ ਸਾਹਮਣੇ ਇੱਕ ਜਿਉਂਦੀ ਜਾਗਦੀ ਦੇਵੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਹਾਲਾਤ ਉਸ ਵੇਲੇ ਦੇ ਹੋ ਚੁੱਕੇ ਸੀ। ਸਮਾਜਿਕ ਤੌਰ ਤੇ ਵੀ ਲੋਕ ਗਿਰ ਚੁੱਕੇ ਸੀ, ਰਾਜਨੀਤਿਕ ਤੌਰ ਤੇ ਵੀ ਗਿਰ ਚੁੱਕੇ ਸੀ, ਤੇ ਧਾਰਮਿਕ ਤੌਰ ਤੇ ਤਾਂ ਬਿਲਕੁਲ ਹੀ ਰਸਾਤਲ ਦੀ ਖੱਡ ਦੇ ਵਿੱਚ ਜਾ ਚੁੱਕੇ ਸੀ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਸ ਸਮੇਂ ਅਵਤਾਰ ਹੋਣਾ ਹੈ ਜਦੋਂ ਸਮਾਜ ਦੇ ਹਾਲਾਤ ਵੀ ਬਿਲਕੁਲ ਵਿਗੜੇ ਨੇ। ਦੇਖੋ ਸਿਆਣੇ ਕਹਿੰਦੇ ਆ ਕਿ ਬੰਦਾ ਇੱਕ ਹੋਵੇ, ਕਮਲਾ ਹੋਵੇ ਨਾ, ਤੇ ਉਹਨੂੰ ਸਮਝਾਇਆ ਜਾ ਸਕਦਾ ਹੈ, ਪਰ ਜੇ ਵਿਹੜਾ ਕਮਲਾ ਹੋ ਜਾਏ ਤੇ ਕਿਹਨੂੰ ਕਿਹਨੂੰ ਕੋਈ ਸਮਝਾਵੇਗਾ, ਫਿਰ ਤੇ ਮੱਥਾ ਮਾਰਨ ਵਾਲੀ ਗੱਲ ਹੋ ਜਾਂਦੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ, ਵੈਸੇ ਇਹ ਸਵਈਆ ਜਿਹੜਾ ਹੈ ਤੀਸਰੇ ਪਾਤਸ਼ਾਹ ਦੇ ਵਾਸਤੇ ਉਚਾਰਨ ਕੀਤਾ, ਪਰ ਸੰਬੋਧਨ ਗੁਰੂ ਨਾਨਕ ਦੇਵ ਮਹਾਰਾਜ ਵਾਸਤੇ ਅਸੀਂ ਕਰਦੇ ਹਾਂ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਆਪ ਨਾਰਾਇਣ ਪਰਮਾਤਮਾ ਨੂੰ ਖੁਦ ਆਉਣਾ ਪਿਆ, ਧਰਤੀ ਪੁਕਾਰ ਕਰਦੀ ਪਈ ਹੈ। ਕਹਿੰਦੇ ਧਰਤੀ ਪਹਿਲਾਂ ਪੁਕਾਰ ਕਰਦੀ ਸੀ। ਜਦੋਂ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਦੇ ਹਾਂ ਨਾ ਜੀ, ਉਹਦੇ 'ਚ ਬੜਾ ਉਹਨਾਂ ਵਿਸਥਾਰ ਦੇ ਨਾਲ ਲਿਖਿਆ। ਧਰਤੀ ਕਹਿੰਦੀ ਹੈ ਕਿ ਮਹਾਰਾਜ ਕਿਰਪਾ ਕਰੋ, ਇੰਨਾ ਕੁ ਪਾਪ ਵੱਧ ਗਿਆ ਹੈ ਕਿ ਧਰਮ ਜਿਹੜਾ ਕੇਵਲ ਇੱਕ ਪੈਰ 'ਤੇ ਖਲੋ ਗਿਆ। ਚਾਰ ਪੈਰ ਧਰਮ ਦੇ ਨੇ। ਸਤਯੁਗ ਦੇ ਵਿੱਚ 4 ਸੀ, ਤ੍ਰੇਤੇ ਦੇ ਵਿੱਚ 3 ਰਹਿ ਗਏ, ਦੁਆਪਰ ਦੇ ਵਿੱਚ 2 ਰਹਿ ਗਏ। ਹੁਣ ਕਲਯੁਗ ਆ ਗਿਆ ਤੇ ਕਲਯੁਗ ਦੇ ਵਿੱਚ ਧਰਮ ਇੱਕੋ ਪੈਰ 'ਤੇ ਖਲੋਤਾ ਹੈ। ਤੇ ਜੇ ਇਹ ਵੀ ਟੁੱਟ ਗਿਆ ਤੇ ਸਤਿਗੁਰੂ ਮਹਾਰਾਜ ਸਭ ਕੁਝ ਨਾਸ਼ ਹੋ ਜਾਣਾ। ਹੈ ਅਕਾਲ ਪੁਰਖ ਕਿਰਪਾ ਕਰ, ਕੋਈ ਆਪਣੀ ਬੰਦਗੀ ਵਾਲਾ ਇੱਥੇ ਭੇਜ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਵੀ ਭੇਜਿਆ ਉਹਨਾਂ ਸਾਰਿਆਂ ਨੇ ਆਪਣਾ ਨਾਂ ਜਪਾਉਣਾ ਸ਼ੁਰੂ ਕਰ ਦਿੱਤਾ, ਧਰਮ ਦੀ ਗੱਲ ਕਿਸੇ ਨੇ ਨਹੀਂ ਕੀਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉੱਥੇ ਅਕਾਲ ਪੁਰਖ ਆਵਾਜ਼ ਦਿੰਦਾ ਹੈ ਧਰਤੀ ਨੂੰ, ਕਹਿੰਦੇ ਨਹੀਂ ਹੁਣ ਕਿਸੇ ਨੂੰ ਭੇਜਿਆ ਨਹੀਂ ਸਰਨਾ। ਮੈਂ ਬਹੁਤ ਭੇਜੇ, ਬਹੁਤ ਧਾਰਮਿਕ ਭੇਜੇ, ਪਰ ਕਹਿੰਦੇ ਨੇ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਵਾ। ਹੁਣ ਉਹ ਕੋਈ ਨਹੀਂ ਲੱਭਦਾ ਪਿਆ, ਸਾਰੇ ਆਪਣੀ ਪੂਜਾ ਕਰਾਉਣ ਵਾਲੇ ਪਾਸੇ ਲੱਗ ਗਏ ਆ। ਕਹਿੰਦੇ ਫਿਰ ਉਸ ਵੇਲੇ ਅਕਾਲ ਪੁਰਖ ਨੇ ਕਿਹਾ ਕਿ ਹੁਣ ਸਾਨੂੰ ਖੁਦ ਆਉਣਾ ਪਏਗਾ। ਇਸ ਤੋਂ ਅੱਗੇ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਇਤਿਹਾਸ ਰੋਜ਼ ਥੋੜ੍ਹਾ ਥੋੜ੍ਹਾ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਨੂੰ ਵਾਚਣ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਹੁਕਮਨਾਮੇ ਦੀ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸ਼ਲੋਕ ਮਹੱਲਾ ਤੀਜਾ, ਹਸਤੀ ਸਿਰ ਜੋ ਅੰਕਸ ਹੈ। ਹਾਥੀ ਦੇ ਸਿਰ 'ਤੇ ਜਿਵੇਂ ਕੁੰਡਾ ਹੈ, ਅਹਰਨ ਜਿਉਂ ਸਿਰ ਦੇ। ਅਹਰਨ ਕਹਿੰਦੇ ਨੇ ਜਿਵੇਂ ਸੁਨਿਆਰੇ ਦੀ ਦੁਕਾਨ 'ਤੇ ਇੱਕ ਲੋਹੇ ਦਾ ਇੱਕ ਟੁਕੜਾ ਪਿਆ ਜਿਹਦੇ 'ਤੇ ਰੱਖ ਕੇ ਸੋਨੇ ਨੂੰ ਕੁੱਟਦਾ ਹੈ, ਜਿਵੇਂ ਲੋਹਾਰ ਦੀ ਦੁਕਾਨ 'ਤੇ ਆਰਨ ਪਿਆ ਹੁੰਦਾ ਹੈ। ਕਹਿੰਦੇ ਜਿੰਨੀਆਂ ਮਰਜ਼ੀ ਰੋਜ਼ ਥੌੜੀਆਂ ਮਾਰੀ ਜਾਓ ਪਰ ਉਹ ਆਰਨ ਥੱਕਦੀ ਨਹੀਂ, ਉਹਦੇ ਸਿਰ ਦੇ ਉੱਤੇ ਕੋਈ ਅਸਰ ਨਹੀਂ। ਕਹਿੰਦੇ ਇਸ ਤਰ੍ਹਾਂ ਭਾਵੇਂ ਲੋਕ ਤੈਨੂੰ ਮਿਹਨੇ ਵੀ ਦੇਈ ਜਾਣ, ਪਰ ਤੂੰ ਗੁਰੂ ਦੇ ਅੱਗੇ ਇਸ ਤਰ੍ਹਾਂ ਸਮਰਪਣ ਹੋ ਜਾ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੋ ਤੁਸੀਂ ਕਹਿੰਦੇ ਪਏ ਹੋ ਨਾ, ਅਸੀਂ ਉਸ ਤਰ੍ਹਾਂ ਹੀ ਆ। ਸਾਡਾ ਮਨ ਹਾਥੀ ਵਰਗਾ ਹੈ, ਪਰ ਤੁਹਾਡਾ ਸ਼ਬਦ ਦਾ ਕੁੰਡਾ ਜੇਕਰ ਸਿਰ ਦੇ ਉੱਤੇ ਹੋਵੇ ਸਾਡਾ ਉਧਾਰ ਹੋ ਸਕਦਾ ਹੈ। ਮਨ ਤਨ ਅੱਗੇ ਰੱਖ ਕੇ, ਮਨ ਤੇ ਤਨ ਰੂਪ ਹੋ ਕੇ, ਕੱਲਾ ਸਰੀਰ ਨਾਲ ਸੇਵਾ ਨਹੀਂ ਕਰਨੀ, ਮਨ ਦੇ ਨਾਲ ਸੇਵਾ ਕਰਨੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਚਿੱਤ ਲਾ ਕੇ ਕਰਨੀ ਮਨ ਨਾਲ। ਸਰੀਰਕ ਤੌਰ 'ਤੇ ਤਾਂ ਦੇਖੋ ਹੋਟਲਾਂ ਦੇ ਵਿੱਚ ਵੀ ਜਿਹੜੇ ਭਾਂਡੇ ਮਾਂਜਦੇ ਨੇ ਉਹ ਸਰੀਰਕ ਤੌਰ 'ਤੇ ਆ, ਉਹ ਤੇ ਸਰੀਰ ਦੀ ਕਿਰਿਆ ਤੇ ਉੱਥੇ ਵੀ ਹੁੰਦੀ, ਪਰ ਉਹਦੇ ਨਾਲ ਕੋਈ ਆਤਮਿਕ ਲਾਭ ਨਹੀਂ ਹੁੰਦਾ। ਗੁਰੂ ਘਰ ਦੇ ਵਿੱਚ ਭਾਂਡੇ ਮਾਂਜਣ ਦਾ ਲਾਭ ਇਹ ਆ ਕਿ ਜੇ ਅਸੀਂ ਭਾਂਡੇ ਹੱਥਾਂ ਨਾਲ ਮਾਂਜਦੇ ਪਏ ਆ ਤੇ ਮਨ ਵਿੱਚ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਹੋਵੇ, ਕੰਨਾਂ ਦੇ ਵਿੱਚ ਬਾਣੀ ਪੈਂਦੀ ਹੋਵੇ, ਕੀਰਤਨ ਸੁਣਦੇ ਹੋਈਏ, ਬਾਣੀ ਸੁਣਦੇ ਹੋਈਏ, ਬਾਣੀ ਪੜ੍ਹਦੇ ਹੋਈਏ। ਜੇ ਕਿਤੇ ਕੀਰਤਨ ਦੀ ਬਾਣੀ ਦੀ ਆਵਾਜ਼ ਨਹੀਂ ਆਉਂਦੀ ਤਾਂ ਉੱਚੀ ਉੱਚੀ ਕੋਈ ਪਾਠ ਕਰਨਾ ਸ਼ੁਰੂ ਕਰ ਦਿਓ। ਜਦੋਂ ਸੰਗਤ ਕਰਦੇ ਪਏ ਹੋ, ਸੇਵਾ ਕਰਦੇ ਪਏ ਹੋ, ਜੇ ਗੱਲਾਂ ਕਰਦੇ ਆ ਤੇ ਟਾਈਮ ਸਾਡਾ ਸੇਵਾ ਕੀਤੀ ਵੀ ਵਿਅਰਥ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਤਨ ਅੱਗੇ ਰੱਖ ਕੇ ਊਬੀ ਸੇਵ ਕਰੇ। ਊਬੀ ਕਹਿੰਦੇ ਨੇ ਖਲੋ ਕੇ, ਸੁਚੇਤ ਹੋ ਕੇ। ਜਿਵੇਂ ਸੇਵਾਦਾਰ ਇੱਕ ਬਿਲਕੁਲ ਸੁਚੇਤ ਹੋਇਆ ਹੁੰਦਾ ਨਾ ਕਿ ਕਦੋਂ ਹੁਕਮ ਆਵੇ ਤਾਂ ਮੈਂ ਸੇਵਾ ਕਰਾਂ, ਕਦੋਂ ਗੁਰੂ ਕਵੇ ਤਾਂ ਮੈਂ ਉਸ ਪਾਸੇ ਨੂੰ ਤੁਰ ਪਾ। ਬਸ ਸਤਿਗੁਰੂ ਮਹਾਰਾਜ ਕਹਿੰਦੇ ਬਿਲਕੁਲ ਸੁਚੇਤ ਹੋ ਕੇ ਰਹਿ ਕਿ ਜਦੋਂ ਗੁਰੂ ਤੈਨੂੰ ਹੁਕਮ ਲਾਉਂਦਾ ਹੈ ਉਸੇ ਵੇਲੇ ਤਿਆਰ ਬਰ ਤਿਆਰ ਰਹੇ। ਇਉਂ ਗੁਰਮੁਖ ਆਪ ਨਿਵਾਰੀਏ
ਸਭ ਰਾਜ ਸ੍ਰਿਸ਼ਟ ਕਾ ਲੇ। ਸਤਿਗੁਰੂ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਆਪ ਨਿਵਾਰੀ ਦੇ ਅਰਥ ਹੁੰਦੇ ਨੇ ਆਪਾ ਭਾਵ, ਹਉਮੈ, ਅੰਦਰੋਂ ਹੰਕਾਰ, ਅੰਦਰੋਂ ਮੈਂ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਤੂੰ ਸੇਵਾ ਕਰੇਂਗਾ ਅੰਦਰੋਂ ਮੈਂ ਤੇਰੀ ਬਾਹਰ ਨਿਕਲ ਜੇਗੀ। ਭਾਂਡੇ ਮਾਂਜਣ ਨਾਲ ਅੰਦਰ ਦੀ ਹਉਮੈ ਮਾਂਜੀ ਜਾਂਦੀ, ਹਉਮੈ ਹੰਕਾਰ ਖਤਮ ਹੋ ਜਾਂਦਾ ਹੈ। ਜੋੜੇ ਝਾੜਨ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਅੰਦਰੋਂ ਮੈਂ ਚਲੇ ਜਾਂਦੀ, ਨਿਮਰਤਾ ਆਉਣੀ ਸ਼ੁਰੂ ਹੋ ਜਾਂਦੀ ਏ। ਗੁਰੂ ਦੇ ਰਾਹੀਂ ਇਉਂ ਗੁਰਮੁਖ ਆਪ ਨਿਵਾਰੀਏ। ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਅੰਦਰੋਂ ਹਉਮੈ ਨੂੰ ਕੱਢ ਦੇਈਦਾ ਹੈ। ਸਭ ਰਾਜ ਸ੍ਰਿਸ਼ਟ ਕਾ ਲੇ। ਤੇ ਨਾਮ ਜਪਣ ਵਾਲਿਆਂ ਦਾ ਸਾਰੀ ਸ੍ਰਿਸ਼ਟੀ ਦੇ ਉੱਤੇ ਰਾਜ ਹੁੰਦਾ ਹੈ। ਹੁਣ ਤੁਸੀਂ ਦੇਖਦੇ ਹੋ ਹਿੰਦੁਸਤਾਨ ਹੈ, 15 ਅਗਸਤ ਜਾਂ 26 ਜਨਵਰੀ ਆ ਜਾਂਦੀ ਹੈ ਤੇ ਕਦੀ ਇਸ ਤਰ੍ਹਾਂ ਹੋਇਆ ਕਿ ਪਾਕਿਸਤਾਨ ਵਾਲਾ ਝੰਡਾ ਅਸੀਂ ਇੱਥੇ ਲਹਿਰਾ ਸਕਦੇ ਹੋਈਏ ਜਾਂ ਕਿਸੇ ਹੋਰ ਦੇਸ਼ ਦਾ ਲਹਿਰਾ ਸਕਦੇ ਹੋਈਏ, ਜਾਂ ਪਾਕਿਸਤਾਨ ਵਾਲੇ ਜਦੋਂ 14 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦੇ ਨੇ, ਉਹ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਹਿੰਦੁਸਤਾਨੀ ਜਾ ਕੇ ਕਹੇ ਕਿ ਨਹੀਂ ਅਸੀਂ ਤਾਂ ਤਿਰੰਗਾ ਇੱਥੇ ਲਹਿਰਾਵਾਂਗੇ। ਅਸਲ ਦੇ ਵਿੱਚ ਹਰੇਕ ਰਾਜ ਦਾ ਆਪਣਾ ਝੰਡਾ ਹੈ ਤੇ ਉਹ ਦੂਸਰੇ ਨੂੰ ਨਹੀਂ ਲਹਿਰਾਉਣ ਦਿੰਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਅੰਦਰੋਂ ਹਉਮੈ ਹੰਕਾਰ ਦੂਰ ਹੋ ਜਾਂਦਾ ਹੈ, ਕਹਿੰਦੇ ਉਹਦਾ ਝੰਡਾ ਹਰੇਕ ਦੇਸ਼ ਦੇ ਵਿੱਚ ਲਹਿਰਾਉਣ ਲੱਗ ਪੈਂਦਾ ਹੈ। ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਝੰਡਾ ਨਿਸ਼ਾਨ ਅਸੀਂ ਦੇਖਦੇ ਹਾਂ, ਕਿਸੇ ਵੀ ਦੇਸ਼ 'ਚ ਚੱਲ ਜਾਓ ਜਿੱਥੇ ਸਿੱਖ ਰਹਿੰਦੇ ਨੇ, ਉੱਥੇ ਜਿੱਥੇ ਨਿਸ਼ਾਨ ਲਹਿਰਾਉਂਦਾ ਗੁਰਦੁਆਰਾ ਬਣਿਆ ਹੈ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਿਸ਼ਾਨ ਸਾਹਿਬ ਲਹਿਰਾਉਂਦਾ ਪਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਭ ਰਾਜ ਸ੍ਰਿਸ਼ਟ ਕਾ ਲੇ। ਇਸ ਤਰੀਕੇ ਦੇ ਨਾਲ ਕਹਿੰਦੇ ਨਾਮ ਜਪਣ ਵਾਲੇ ਦੋ। ਹੁਣ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਕੱਲ੍ਹ ਜਨਮ ਦਿਹਾੜਾ ਅਸੀਂ ਇੱਥੇ ਮਨਾਇਆ ਤੇ ਜਿੱਥੇ ਜਿੱਥੇ ਸਿੱਖ ਵਸਦੇ ਨੇ, ਬਾਬਾ ਮਹਾਂਪੁਰਖਾਂ ਨੂੰ ਪਿਆਰ ਕਰਨ ਵਾਲੇ ਵਸਦੇ, ਉਹਨਾਂ ਨੇ ਵੀ ਉੱਥੇ ਮਨਾਇਆ ਔਰ ਸਾਰੇ ਹੀ ਮਨਾਈ ਜਾ ਰਹੇ ਨੇ। ਕੋਈ ਕਿਤੇ ਮਨਾਉਂਦਾ ਪਿਆ, ਕੋਈ ਕਿਤੇ, ਜਿੱਥੇ ਨੇ ਬਰਸੀ ਸਮਾਗਮ ਆਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਤਾਬਦੀ ਆਉਣੀ, ਜੇ ਅਸੀਂ ਸੁਲਤਾਨਪੁਰ ਲੋਧੀ ਮਨਾਉਂਦੇ ਪਏ ਹਾਂ ਤੇ ਜਿੱਥੇ ਜਿੱਥੇ ਸਿੱਖ ਵਸਦੇ ਪਏ ਉਸ ਹਰੇਕ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਆ ਸ੍ਰਿਸ਼ਟੀ ਦਾ ਰਾਜ ਕਿ ਜਿੱਥੇ ਵੀ ਜਾਵੇਗਾ ਨਾਮ ਜਪਣ ਵਾਲੇ ਦੀ ਗੱਲ ਮਹਿਮਾ ਉੱਥੇ ਹੀ ਹੁੰਦੀ ਰਹਿੰਦੀ ਹੈ। ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਰਾਹੀਂ, ਗੁਰਮੁਖ ਦੇ ਇੱਥੇ ਅਰਥ ਨੇ ਗੁਰੂ ਦੇ ਰਾਹੀਂ ਬੁੱਝ ਲਈਦਾ ਹੈ, ਜਾਣ ਲਈਦਾ ਹੈ, ਜਾਂ ਆਪੇ ਨਦਰ ਕਰੇ ਜਿਸ ਦੇ ਉੱਤੇ ਉਹ ਆਪ ਕਿਰਪਾ ਦੀ ਨਿਗਾਹ ਕਰ ਦਿੰਦਾ ਹੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ। ਗੁਰਮੁਖ ਦੇ ਅਰਥ ਨੇ, ਕਿਉਂਕਿ ਹਰ ਵਾਰੀ ਜਦੋਂ ਗੁਰਮੁਖ ਲਿਖਿਆ ਜਾਂਦਾ ਨਾ ਤੇ ਮੰਮੇ ਨੂੰ ਔਂਕੜ ਹੁੰਦਾ, ਅਸੀਂ ਗੁਰਮੁਖ ਨਹੀਂ ਕਰ ਸਕਦੇ, ਗੁਰਮੁਖ ਕਰਦੇ ਹਾਂ। ਗੁਰੂ ਦੇ ਮੁਖ ਰਾਹੀਂ, ਗੁਰੂ ਦੇ ਰਾਹੀਂ ਸਤਿਗੁਰੂ ਕਹਿੰਦੇ ਜਿਨ੍ਹਾਂ ਨਾਮ ਧਿਆਇਆ ਵਾ ਉਹ ਪ੍ਰਵਾਨ ਹੋ ਗਏ। ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੇ ਮਾਨ। ਉਹਨਾਂ ਦੀ ਕੁੱਲ ਦਾ ਵੀ ਉਧਾਰ ਹੋ ਜਾਂਦਾ ਹੈ, ਪਰਿਵਾਰ ਦਾ ਉਧਾਰ ਹੁੰਦਾ ਹੈ ਤੇ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਨ ਪ੍ਰਾਪਤ ਹੁੰਦਾ ਹੈ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਗੁਰੂ ਨੇ ਕਿਰਪਾ ਕਰ ਦਿੱਤੀ, ਨਾਮ ਜਪਣ ਵਾਲੀਆਂ ਸਖੀਆਂ ਸਹੇਲੀਆਂ ਸਤ ਸੰਗਤ ਦੇ ਵਿੱਚ ਬਿਠਾ ਦਿੱਤਾ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆਂ। ਇੱਕ ਨਾਂ ਨੂੰ ਗੁਰੂ ਨੇ ਆਪਣੇ ਕੋਲ ਸੇਵਕ ਰੱਖ ਲਿਆ ਤੇ ਇੱਕ ਨਾਂ ਨੂੰ ਕਾਰ ਵਿਹਾਰ ਦੇ ਵਿੱਚ ਲਾ ਦਿੱਤਾ ਹੈ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦਿਵਾਈਆਂ। ਜਿਨ੍ਹਾਂ ਦੇ ਮਨ ਦੇ ਵਿੱਚ ਤੇ ਚਿੱਤ ਦੇ ਵਿੱਚ ਗੁਰੂ ਪਿਆਰਾ ਲੱਗਣ ਲੱਗ ਪਿਆ, ਗੁਰੂ ਦੀ ਯਾਦ ਆਉਣ ਲੱਗ ਪਈ। ਸਤਿਗੁਰੂ ਮਹਾਰਾਜ ਕਹਿੰਦੇ ਤਿਨਾ ਭਾਉ ਗੁਰੂ ਦਿਵਾਈਆਂ। ਗੁਰੂ ਉਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਦਾਨ ਦੇ ਦਿੰਦਾ ਹੈ। ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਪਾਈਆਂ। ਗੁਰੂ ਸਿੱਖਾਂ ਨਾਲ ਇਵੇਂ ਪਿਆਰ ਕਰਦਾ ਹੈ ਜਿਵੇਂ ਆਪਣੇ ਪੁੱਤਰਾਂ ਨੂੰ ਕਰਦਾ ਹੈ, ਆਪਣੇ ਭਰਾਵਾਂ ਨੂੰ ਕਰਦਾ ਹੈ, ਆਪਣੇ ਰਿਸ਼ਤੇਦਾਰਾਂ ਨੂੰ ਕਰਦਾ ਹੈ। ਗੁਰੂ ਪਿਆਰ ਸਿੱਖਾਂ ਦੇ ਨਾਲ ਇਵੇਂ ਕਰਦਾ ਹੈ। ਗੁਰ ਸਤਿਗੁਰ ਬੋਲੋ ਸਭ, ਇੱਥੇ ਵਿਸ਼ਰਾਮ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਗੁਰ ਸਤਿਗੁਰ ਬੋਲੋ ਸਭ ਗੁਰ, ਇੱਥੇ ਵਿਸ਼ਰਾਮ ਨਹੀਂ। ਗੁਰ ਸਤਿਗੁਰ ਬੋਲੋ ਸਭ ਗੁਰ ਆਖ। ਗੁਰੂ ਇਹ ਗੱਲ ਆਖਦਾ ਪਿਆ ਹੈ ਕਿ ਸਾਰੇ ਵਾਹਿਗੁਰੂ ਵਾਹਿਗੁਰੂ ਬੋਲੋ, ਗੁਰੂ ਗੁਰੂ ਜਪੋ, ਗੁਰੂ ਜੀਵਾਈਆਂ। ਗੁਰੂ ਦੇ ਕਹਿਣੇ 'ਤੇ ਚੱਲ ਕੇ ਸਤਿਗੁਰੂ ਅੰਦਰ ਆਤਮਿਕ ਜੀਵਨ ਬਖਸ਼ਿਸ਼ ਕਰ ਦਿੰਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ। ਜਿਵੇਂ ਸਹਿਜ ਪਾਠ ਅਸੀਂ ਰੋਜ਼ ਕਰਦੇ ਸੀ ਤੇ ਆਪਾਂ ਲਾਈਵ ਫੇਸਬੁੱਕ 'ਤੇ ਕਰ ਦਿੰਦੇ ਸੀ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਬੇਗੋ ਵਾਲੇ ਪੇਜ ਹੈ ਜੀ ਫੇਸਬੁੱਕ ਦਾ, ਤੇ ਉਹਦੇ 'ਤੇ ਹੁਣ ਆਪਾਂ ਰੋਜ਼ ਤਕਰੀਬਨ ਲਾਈਵ ਉੱਥੇ ਕਰਿਆ ਕਰਾਂਗੇ। ਤੇ ਜਿਹੜੇ ਅੱਗੇ ਗਰੁੱਪ ਦੇ ਵਿੱਚ ਸ਼ਾਮਲ ਸੀ ਆਪਾਂ ਉਹਨਾਂ ਨੂੰ ਵੀ ਭੇਜ ਦਿਆ ਕਰਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।